Good morning, 9th class. My name is Mandeep Kaur, teacher of Guru Hargobind Public High School, Fatehgarh. This is part 3 video for your second chapter of economics. So continue with the chapter economic activities. हाँ जी, लास्ट वीडियो जी भी आप स्टडी की सी बेटा ਉਹਦੇ ਵਿੱਚ ਆਪਾਂ ਨੇ ਇਕਨੋਮਿਕ ਐਕਟੀਵਿਟੀज़ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ। ਜੇ ਉਹਦੀ ਵੈਰੀਫਿਕੇਸ਼ਨ ਕਰੀਏ, ਫਸਟ ਸੀਗਾ ਇੱਕ ਸੀਗਾ ਪ੍ਰਾਇਮਰੀ ਐਕਟੀਵਿਟੀज़, ਸੈਕਿੰਡ ਸੀਗਾ ਬੇਟਾ ਸੈਕੰਡਰੀ ਐਂਡ ਥਰਡ ਸੀਗਾ ਟਰਸ਼ਰੀ ਐਕਟੀਵਿਟੀज़। ठीक है जी। कहने ਜਿਹੜੀਆਂ ਪ੍ਰਾਇਮਰੀ ਐਕਟੀਵਿਟੀਜ਼ ਆਪਾਂ ਨੇ ਸਟੱਡੀ ਕੀਤੀਆਂ ਸੀ ਉਹਦੇ ਵਿੱਚ ਕੀ ਸੀਗਾ, ਉਹਦੇ ਵਿੱਚ ਇਦਾਂ ਦੀਆਂ ਮਤਲਬ ਕੀ ਆ ਜਾਂਦੇ ਸੀ, ਆਪਾਂ ਜਿਹੜੇ ਨੈਚੁਰਲ ਰਿਸੋਰਸ ਹੁੰਦੇ ਸੀਗੇ ਉਹਨਾਂ ਤੋਂ ਲੈ ਕੇ ਗੁੱਡਸ ਸੀਗੇ ਆਪਾਂ ਕੀ ਕਰਦੇ ਸੀ, ਪ੍ਰੋਡਿਊਸ ਕਰਦੇ ਸੀਗੇ। ਠੀਕ ਹੈ ਜੀ। ਜਿਵੇਂ ਜਿਹੜੇ ਨੈਚੁਰਲ ਰਿਸੋਰਸਿਸ ਨੇਗੇ, ਮਿੱਟੀ ਹੋ ਗਿਆ, ਮਿੱਟੀ ਤੋਂ ਆਪਾਂ ਐਗਰੀਕਲਚਰ ਕਰਕੇ ਜਿਵੇਂ ਵੀਟ ਪ੍ਰੋਡਿਊਸ ਕਰਦੇ ਆ, ਰਾਈਸ ਪ੍ਰੋਡਿਊਸ ਕਰਦੇ ਆ, ਐਨੀਮਲ ਹਸਬੈਂਡਰੀ ਆ ਗਿਆ ਸੀ, ਡਾਇਰੀ ਪ੍ਰੋਡਕਟ ਆ ਗਏ ਸੀਗੇ। ਜਿਹੜਾ ਸੈਕੰਡਰੀ ਸੈਕਟਰ ਸੀਗਾ ਉਹਦੇ ਵਿੱਚ ਆਪਾਂ ਕੀ ਕਰਦੇ ਸੀ, ਇੱਦਾਂ ਦੀਆਂ ਐਕਟੀਵਿਟੀਜ਼ ਕਰਦੇ ਸੀ ਜਿਹਦੇ ਵਿੱਚ ਆਪਾਂ ਜਿਹੜੀਆਂ ਥਿੰਗਸ ਨੇਗੀਆਂ, ਠੀਕ ਹੈ ਜੀ, ਉਹ ਵਾਲੀਆਂ ਮਤਲਬ ਸੈਕੰਡਰੀ ਦੇ ਵਿੱਚ ਆਪਾਂ ਕੀ ਕਰਦੇ ਸੀ, ਜਿਹੜੀਆਂ ਪ੍ਰਾਇਮਰੀ ਦੇ ਵਿੱਚ ਆਪਾਂ ਨੇ ਗੁੱਡਸ ਪ੍ਰੋਡਿਊਸ ਕੀਤੀਆਂ ਨੇਗੀਆਂ। ਮੰਨ ਲਓ ਪ੍ਰਾਇਮਰੀ ਦੇ ਵਿੱਚ ਆਪਾਂ ਨੇ ਕੀ ਕੀਤਾ, ਮਿੱਟੀ ਦੀ ਹੈਲਪ ਦੇ ਨਾਲ ਆਪਾਂ ਨੇ ਗੰਨਾ ਉਗਾ ਲਿਆ। ਠੀਕ ਹੈ ਜੀ। ਸੈਕੰਡਰੀ ਦੇ ਵਿੱਚ ਕੀ ਕਰਦੇ ਹਾਂ, ਉਹ ਜਿਹੜਾ ਗੰਨਾ ਆਪਾਂ ਨੇ ਪ੍ਰਾਇਮਰੀ ਐਕਟੀਵਿਟੀਜ਼ ਦੇ ਵਿੱਚ ਪ੍ਰੋਡਿਊਸ ਕੀਤਾ ਸੀ ਉਹ ਤੋਂ ਆਪਾਂ ਗੁੜ ਬਣਾ ਰਹੇ ਹਾਂ। ਠੀਕ ਹੈ ਜੀ। ਇਹ ਤੋਂ ਮਤਲਬ ਫਰਦਰ ਮੋਡੀਫਿਕੇਸ਼ਨ ਕਰ ਰਹੇ ਹਾਂ ਆਪਾਂ ਥਿੰਗਸ ਦੀ। ਫਸਟ ਦੇ ਵਿੱਚ ਆਪਾਂ ਨੇ ਕੀ ਉਗਾਈ ਸੀ, ਕਾਟਨ ਉਗਾਈ ਸੀ ਐਗਰੀਕਲਚਰ ਕਰਕੇ ਮਿੱਟੀ ਤੋਂ। ਸੈਕਿੰਡ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਕਹਿੰਦੇ ਉਹ ਜਿਹੜੀ ਕਾਟਨ ਆ ਉਹਨੂੰ ਰਾਹ ਮਟੀਰੀਅਲ ਉਹਨੂੰ ਯੂਜ਼ ਕਰਕੇ ਉਹਨੂੰ ਆਪਾਂ ਕਾਟਨ ਦਾ ਕਲੌਥ ਬਣਾ ਰਹੇ ਹਾਂ। ਕਲੀਅਰ ਹੈ ਬੱਚੇ। ਟਰਸ਼ਰੀ ਜਿਹੜਾ ਆਪਣਾ ਸੈਕਟਰ ਸੀਗਾ, ਟਰਸ਼ਰੀ ਦੇ ਵਿੱਚ ਆਪਾਂ ਕੀ ਕਰਦੇ ਸੀ ਬੇਟਾ, ਟਰਸ਼ਰੀ ਦੇ ਵਿੱਚ ਮੰਨ ਲਓ ਜਿਹੜੀਆਂ ਵੀ ਆਪਾਂ ਪ੍ਰਾਇਮਰੀ ਜਾਂ ਸੈਕੰਡਰੀ ਦੇ ਵਿੱਚੋਂ ਥਿੰਗਸ ਬਣਾਈਆਂ ਨੇਗੀਆਂ ਚੀਜ਼ਾਂ, ਠੀਕ ਹੈ ਜੀ, ਉਹਨੂੰ ਸਪੋਰਟ ਕਰਨ ਵਾਲੀਆਂ ਐਕਟੀਵਿਟੀਜ਼ ਆਪਾਂ ਕਰਦੇ ਹਾਂ, ਚਾਹੇ ਉਹਨਾਂ ਦਾ ਵਪਾਰ ਕਹਿ ਲਓ, ਠੀਕ ਹੈ ਜੀ, ਚਾਹੇ ਉਹਨਾਂ ਦੀ ਕੀ ਕਹਿ ਲਓ ਟਰਾਂਸਪੋਰਟਿੰਗ ਕਹਿ ਲਓ। ਕਲੀਅਰ ਹੈ ਬੇਟਾ। ਨੈਕਸਟ ਕੀ ਕਹਿੰਦੇ ਆ, ਕਹਿੰਦੇ ਨੈਕਸਟ ਇਜ਼ ਡਿਊ ਟੂ ਹਿਸਟੋਰੀਕਲ ਐਂਡ ਕਲਚਰਲ ਰੀਜ਼ਨਸ ਦੇਅਰ ਇਜ਼ ਅ ਡਿਵੀਜ਼ਨ ਆਫ ਲੇਬਰ ਬਿਟਵੀਨ ਮੈਨ ਐਂਡ ਵੂਮੈਨ। ਕੀ ਕਹਿੰਦੇ ਆ, ਕਹਿੰਦੇ ਚਾਹੇ ਤਾਂ ਵੀ ਇਤਿਹਾਸਿਕ ਤੌਰ 'ਤੇ ਲਾ ਲਓ ਜਾਂ ਸੱਭਿਆਚਾਰਕ ਤੌਰ 'ਤੇ ਇਹ ਰੀਜ਼ਨ ਨੇਗੇ ਜਿਹਦੇ ਕਰਕੇ ਆਪਾਂ ਕੀ ਹੈ ਜਿਹੜੇ ਲੇਬਰ ਕੰਮ ਕਰਦੀ ਆ, ਠੀਕ ਹੈ ਜੀ, ਉਹਦੀ ਡਿਵੀਜ਼ਨ ਕੀਤੀ ਆ ਕਿ ਆਦਮੀ ਅਲੱਗ ਕਰਤੇ ਆਪਾਂ ਨੇ, ਔਰਤ ਕੀ ਕਰਤੀ ਅਲੱਗ ਕਰਤੀ ਫੈਮਿਲੀ ਦੇ ਵਿੱਚ। ਵੂਮੈਨ ਜਨਰਲੀ ਲੁੱਕ ਆਫਟਰ ਡੋਮੈਸਟਿਕ ਕੋਰਸ, ਹਾਂਜੀ, ਜਿਹੜੀ ਔਰਤ ਹੁੰਦੀ ਆ ਉਹ ਮੇਨਲੀ ਘਰੇਲੂ ਕੰਮ ਕਰਦੀ ਆ। ਐਂਡ ਮੈਨ ਵਰਕ ਇਨ ਦਾ ਫੀਲਡਸ, ਅਤੇ ਜਿਹੜਾ ਆਦਮੀ ਹੁੰਦਾ ਖੇਤਾਂ ਦੇ ਵਿੱਚ ਕੰਮ ਕਰਦਾ। ਸਾਈਕਲ ਦੀ ਜਿਹੜੀ ਮਦਰ ਆ ਬੇਟਾ, ਠੀਕ ਹੈ ਜੀ, ਉਹ ਖਾਣਾ ਬਣਾਉਂਦੀ ਆ, ਬਰਤਨ ਸਾਫ਼ ਕਰਦੀ ਆ, ਕੱਪੜੇ ਧੋਂਦੀ ਆ, ਹਾਊਸ ਕਲੀਨ ਕਰਦੀ ਆ, ਅਤੇ ਲੁੱਕ ਆਫਟਰ ਹਰ ਚਿਲਡਰਨ, ਬੱਚਿਆਂ ਦੀ ਸਾਂਭ ਸੰਭਾਲ ਕਰਦੀ ਆ। ਬਟ ਜਿਹੜੇ ਸਾਈਕਲ ਦੇ ਫਾਦਰ ਨੇ ਬੂਟਾ, ਉਹ ਕੀ ਕਰਦੇ ਆ, ਕਲਟੀਵੇਟ ਦੀ ਫੀਲਡ, ਉਹ ਫੀਲਡ ਮਤਲਬ ਕੀ ਕਰਦੇ ਆ, ਉਹਦੀ ਖੇਤੀ ਕਰਦੇ ਆ। ਠੀਕ ਹੈ ਜੀ। ਜਿਹੜੀਆਂ ਵੀ ਥਿੰਗਸ ਹੁੰਦੀਆਂ ਨੇ ਉਹਨੂੰ ਕੀ ਕਰਦੇ ਆ, ਪ੍ਰੋਡਿਊਸ ਕਰਦੇ ਆ, ਮਤਲਬ ਜਿਹੜੀਆਂ ਪ੍ਰੋਡਿਊਸ ਕੀਤੀਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਅਤੇ ਮਨੀ ਅਰਨ ਕਰਦੇ ਆ। ਠੀਕ ਹੈ ਜੀ। ਹੁਣ ਅਰਨਿੰਗ ਵਾਲਾ ਕੰਮ ਆ ਉਹਦੇ ਫਾਦਰ ਕਰਦੇ ਆ, ਬਾਕੀ ਕੰਮ ਜਿਹੜਾ ਡੋਮੈਸਟਿਕ ਵਰਕ ਆ ਉਹਦੀ ਮਦਰ ਕਰਦੀ ਆ। ਕਹਿੰਦੇ ਜਿਹੜੀ ਸ਼ੀਲ ਹੈ, ਠੀਕ ਹੈ ਜੀ, ਉਹਨੂੰ ਪੇ ਨਹੀਂ ਕੀਤਾ ਜਾਂਦਾ, ਉਹਦਾ ਜਿਹੜਾ ਵੀ ਕੰਮ, ਜਿਹੜਾ ਵੀ ਡੋਮੈਸਟਿਕ ਵਰਕ ਕਰ ਰਹੀ ਹੈ ਬੇਟਾ, ਉਦਾਹਰਨ ਦੇ ਤੌਰ 'ਤੇ ਤੁਸੀਂ ਆਪਣੀ ਮਦਰਸ ਨੂੰ ਹੀ ਲਾ ਲਓ, ਜਿਹੜਾ ਵੀ ਉਹ ਘਰੇਲੂ ਕੰਮ ਕਰਦੀਆਂ ਨੇ ਉਹਨਾਂ ਲਈ ਕੀ ਉਹਨਾਂ ਨੂੰ ਸੈਲਰੀ ਪੇ ਕੀਤੀ ਜਾਂਦੀ ਆ। ਠੀਕ ਹੈ ਜੀ। ਨਹੀਂ ਕੀਤੀ ਜਾਂਦੀ ਨਾ, ਕਹਿੰਦੇ ਬਟ ਬੂਟਾ ਕੀ ਕਰਦਾ, ਕੰਮ ਕਰਦਾ ਅਤੇ ਉਹਨੂੰ ਮਨੀ ਅਰਨ ਹੁੰਦੀ ਆ, ਜਿਹੜੀ ਕੀ ਕਰਦਾ ਉਹ ਕਿੱਥੇ ਸਪੈਂਡ ਕਰਦਾ, ਆਪਣੀ ਜਿਹੜੀ ਫੈਮਿਲੀ ਆ ਉਹਦੇ ਲਈ ਉਹ ਸਪੈਂਡ ਕਰਦਾ। ਵੂਮੈਨਸ ਆਰ ਨਾਟ ਪੇਡ ਫॉर देयर ਸਰਵਿਸ ਡਿਲੀਵਰਡ ਇਨ ਦਾ ਫੈਮਿਲੀ, ਕਹਿੰਦੇ ਔਰਤਾਂ ਨੂੰ ਪੇ ਨਹੀਂ ਕੀਤਾ ਜਾਂਦਾ ਜਿਹੜੀ ਵੀ ਉਹ ਸਰਵਿਸ ਦਿੰਦੀਆਂ ਨੇ ਆਪਣੀ ਫੈਮਿਲੀ ਦੇ ਵਿੱਚ। ਦ ਹਾਊਸ ਹੋਲਡ ਵਰਕ ਡਨ ਬਾਈ ਵੂਮੈਨ ਇਜ਼ ਨਾਟ ਰੈਕੋਗਨਾਈਜ਼ਡ ਇਨ ਦਾ ਨੈਸ਼ਨਲ ਇਨਕਮ, ਤਾਂ ਜਿਹੜਾ ਉਹਨਾਂ ਦਾ ਕੰਮ ਆ ਘਰੇਲੂ ਤੌਰ 'ਤੇ ਉਹ ਕੀ ਹੈ, ਨੈਸ਼ਨਲ ਇਨਕਮ ਦੇ ਵਿੱਚ ਆਪਾਂ ਉਹਨੂੰ ਰੈਕੋਗਨਾਈਜ਼ ਨਹੀਂ ਕਰ ਸਕਦੇ, ਉਹਨੂੰ ਨਹੀਂ ਮਾਪ ਸਕਦੇ ਨੈਸ਼ਨਲ ਇਨਕਮ ਦੇ ਵਿੱਚ। ਕਹਿੰਦੇ ਹੁਣ ਗੀਤਾ ਹੈ ਵਿਲਾਸ ਦੀ ਜਿਹੜੀ ਮਦਰ ਆ, ਠੀਕ ਹੈ ਜੀ, ਉਹ ਕੀ ਕਰਦੀ ਆ, ਉਹਦੀ ਇਨਕਮ ਕਿੱਦਾਂ ਹੁੰਦੀ ਆ, ਉਹ ਕੀ ਕਰਦੀ ਆ, ਫਿਸ਼ ਨੂੰ ਸੇਲ ਕਰਦੀ ਆ। ਠੀਕ ਹੈ ਜੀ। ਇਹਦੇ ਲਈ ਉਹਨੂੰ ਕੀ ਹੁੰਦਾ, ਦਸ ਵੂਮੈਨ ਆਰ ਪੇਡ ਫॉर देयर ਵਰਕ ਵੈਨ ਦੇ ਐਂਟਰ ਦਾ ਲੇਬਰ ਮਾਰਕੀਟ। ਹੁਣ ਉਹ ਲੇਬਰ ਮਾਰਕੀਟ ਦੇ ਵਿੱਚ ਐਂਟਰ ਕਰ ਗਈ, ਜਿੱਥੇ ਮਜ਼ਦੂਰਾਂ ਦੀ ਮਾਰਕੀਟ ਹੈ ਉੱਥੇ ਉਹ ਐਂਟਰ ਕਰ ਗਈ, ਇਹਦੇ ਲਈ ਉਹਨੂੰ ਪੇ ਹੋ ਰਿਹਾ। ਕਹਿੰਦੇ ਉਹਨਾਂ ਦੀ ਜਿਹੜੀ ਅਰਨਿੰਗ ਆ
ਕਿੱਦਾਂ ਹੁੰਦੀ ਆ, ਜਿਵੇਂ ਮੇਲ ਕਾਊਂਟਰ ਪਾਰਟ ਦੀ ਹੁੰਦੀ ਹੈ, ਜਿਵੇਂ ਮੇਲ ਦੀ ਹੁੰਦੀ ਹੈ ਸੇਮ ਉਹਨਾਂ ਦੀ ਇਹ ਹੋਊਗੀ। ਠੀਕ ਹੈ ਜੀ। ਕਾਹਦੇ ਦੇ ਬੇਸ 'ਤੇ ਆਪਾਂ ਉਹਨੂੰ ਡਿਟਰਮਾਈਨ ਕਰਦੇ ਹਾਂ, ਬੇਸਿਸ ਆਫ ਐਜੂਕੇਸ਼ਨ ਦੇ ਤੌਰ 'ਤੇ ਕਰਦੇ ਹਾਂ ਜਾਂ ਫਿਰ ਸਕਿੱਲ ਦੇ ਤੌਰ 'ਤੇ ਕਰਦੇ ਹਾਂ। ਜਿਹੜੀ ਐਜੂਕੇਸ਼ਨ ਹੈ ਬੇਟਾ ਇਹ ਹੈਲਪ ਕਰਦੀ ਹੈ ਕਿਸੇ ਵੀ ਇੰਡੀਵਿਜੂਅਲ ਨੂੰ ਕਿ ਉਹ ਬੈਟਰ ਬਣ ਸਕੇ। ਠੀਕ ਹੈ ਜੀ। ਅਤੇ ਕਾਹਦਾ ਯੂਜ਼ ਕਰ ਸਕੇ, ਇਕਨੋਮਿਕ ਜਿਹੜੀਆਂ ਵੀ ਅਪਰਚੁਨਿਟੀਜ਼ ਜਿਹੜੇ ਵੀ ਮੌਕੇ ਉਹਨੂੰ ਮਿਲਦੇ ਆ ਉਹਦੇ ਲਈ ਅਵੇਲੇਬਲ ਹੁੰਦੇ ਆ। ਕਹਿੰਦੇ ਜਿਹੜੀ ਮਤਲਬ ਪੜ੍ਹਾਈ ਆ ਅਤੇ ਜਿਹੜੀ ਵੀ ਸਕਿੱਲਸ ਹੁੰਦੀਆਂ ਨੇ ਪਰਸਨ ਦੀਆਂ ਉਹ ਕੀ ਕਰਦੇ ਆ, ਮੇਜਰ ਡਿਟਰਮੀਨੈਂਟ ਹੁੰਦੇ ਆ ਕਾਹਦੇ ਲਈ, ਅਰਨਿੰਗ ਕਿਸੇ ਵੀ ਇੰਡੀਵਿਜੂਅਲ ਦੀ ਮਾਰਕੀਟ ਦੇ ਵਿੱਚ ਉਹਨੇ ਕੀ ਕਰਨੀ ਹੈ ਤਾਂ ਉਹਦੇ ਲਈ ਕੀ ਜਿਹੜੀ ਉਹਦੀ ਪੜ੍ਹਾਈ ਆ ਅਤੇ ਜਿਹੜੀ ਉਹਦੇ ਵਿੱਚ ਵੀ ਸਕਿੱਲ ਆ ਉਹਦੇ ਗੁਣ ਨੇਗੇ ਬਹੁਤ ਕੀ ਕਰਦੇ ਆ, ਮਹੱਤਤਾ ਰੱਖਦੇ ਆ। ਕਹਿੰਦੇ ਮੈਜੋਰਿਟੀ ਆਫ ਵੂਮੈਨਸ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕੀ ਕਰ ਦਿੰਦੀਆਂ ਨੇਗੀਆਂ, ਥੋੜ੍ਹੀ ਜਿਹੀ ਇਹਨਾਂ ਦੇ ਵਿੱਚ ਕੀ ਹੁੰਦੀ ਆ, ਮੇਗਾ ਐਜੂਕੇਸ਼ਨ ਹੁੰਦੀ ਹੈ ਇਹਨਾਂ ਦੀ, ਅਤੇ ਇਹਨਾਂ ਦੇ ਵਿੱਚ ਕੀ ਹੁੰਦੀਆਂ ਨੇ, ਸਕਿੱਲ ਫੋਰਮੇਸ਼ਨ ਹੁੰਦੀ ਹੈ ਲੋ। ਠੀਕ ਹੈ ਜੀ। ਇਹਦੇ ਲਈ ਇਹਨਾਂ ਨੂੰ ਕੀ ਕੀਤਾ ਜਾਂਦਾ, ਪੇ ਕੀਤਾ ਜਾਂਦਾ, ਮਤਲਬ ਕਿ ਲੋ ਪੇ ਕੀਤਾ ਜਾਂਦਾ ਐਜ਼ ਕੰਪੈਰੀਜ਼ਨ ਟੂ ਮੈਨ। ਬਟ ਕੀ ਹੁੰਦਾ ਜ਼ਿਆਦਾਤਰ ਜਿਹੜੀਆਂ ਔਰਤਾਂ ਹੁੰਦੀਆਂ ਨੇ, ਠੀਕ ਹੈ ਜੀ, ਉਹ ਕੀ ਕਰਦੀਆਂ ਨੇ, ਵਰਕ ਨਹੀਂ, ਮੋਸਟ ਵੂਮੈਨ ਵਰਕ ਕਰਦੀਆਂ ਨੇ ਵੇਅਰ ਜੋਬ ਸਿਕਿਉਰਿਟੀ ਇਜ਼ ਨੋਟ ਦੇਅਰ। ਕਹਿੰਦੇ ਵੇਰੀਅਸ ਐਕਟੀਵਿਟੀਜ਼, ਕੁਛ ਐਕਟੀਵਿਟੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਲੀਗਲ ਪ੍ਰੋਟੈਕਸ਼ਨ ਆ ਜਾਂਦੀ ਆ। ਠੀਕ ਹੈ ਜੀ। ਇੰਪਲੋਇਮੈਂਟ ਕੀ ਕਰਦੀ ਹੈ, ਕਹਿੰਦੇ ਇਸ ਸੈਕਟਰ ਦੇ ਵਿੱਚ ਕਿੱਦਾਂ ਹੁੰਦੀ ਹੈ, ਇਰੈਗੂਲਰ ਹੁੰਦੀ ਹੈ, ਮਤਲਬ ਕਿ ਰੁਜ਼ਗਾਰ ਦੇ ਮੌਕੇ ਐਂ ਨਹੀਂ ਹੈਗਾ ਵੀ ਕੰਟੀਨਿਊ ਪ੍ਰੋਵਾਈਡ ਕਰਾਏ ਜਾਂਦੇ ਆ, ਥੋੜ੍ਹੇ ਟਾਈਮ ਬਾਅਦ ਪ੍ਰੋਵਾਈਡ ਕਰਵਾਏ ਜਾਂਦੇ ਆ, ਗੈਪ ਹੁੰਦਾ। ਅਤੇ ਇੱਥੇ ਇਨਕਮ ਕੀ ਹੁੰਦੀ ਹੈ ਬੇਟਾ, ਬਹੁਤ ਘੱਟ ਹੁੰਦੀ ਹੈ। ਕਹਿੰਦੇ ਜਿਹੜੇ ਇੱਦਾਂ ਦੇ ਸੈਕਟਰਸ ਨੇਗੇ ਉਹਦੇ ਵਿੱਚ ਜਿਹੜੀਆਂ ਬੇਸਿਕ ਫੈਸਿਲਿਟੀਜ਼ ਹੁੰਦੀਆਂ ਨੇਗੀਆਂ, ਜਿਵੇਂ ਮੰਨ ਲਓ ਮੈਂਟਰਲਿਟੀ ਲੀਵ ਹੋ ਗਈ, ਮੈਂਟਰਲਿਟੀ ਲੀਵ ਕਿੱਦਾਂ, ਮਤਲਬ ਕੋਈ ਵੀ ਔਰਤ ਆ, ਠੀਕ ਹੈ ਜੀ, ਉਹਦੇ ਬੇਬੀ ਹੋਣ ਵਾਲਾ ਉਹਨੂੰ ਲੀਵ ਪ੍ਰੋਵਾਈਡ ਕਰਵਾਈ ਜਾਂਦੀ ਆ, ਤਾਂ ਇਹ ਲੀਵ ਕਹਿੰਦੇ ਉੱਥੇ ਨਹੀਂ ਹੁੰਦੀ, ਚਾਈਲਡ ਕੇਅਰ ਨਹੀਂ ਹੁੰਦਾ। ਠੀਕ ਹੈ ਜੀ। ਜਾਂ ਫਿਰ ਉਹ ਕੋਈ ਵੀ ਸੋਸ਼ਲ ਸਿਕਿਉਰਿਟੀ ਸਿਸਟਮ ਕਹਿ ਲਓ ਨਹੀਂ ਹੈਗਾ। ਕਹਿੰਦੇ ਹਾਊਐਵਰ ਵੂਮੈਨ ਵਿਦ ਹਾਈ ਐਜੂਕੇਸ਼ਨ, ਜਿੱਥੇ ਦਾ ਲੋ ਐਜੂਕੇਸ਼ਨ ਹੁੰਦੀ ਆ ਉੱਥੇ ਫੈਸਿਲਿਟੀਜ਼ ਨਹੀਂ ਹੁੰਦੀਆਂ ਬੇਟਾ, ਬਟ ਕੀ ਕਹਿੰਦੇ ਆ, ਕਹਿੰਦੇ ਜਿੱਥੇ ਹਾਈਅਰ ਐਜੂਕੇਸ਼ਨ ਹੁੰਦੀ ਆ, ਜਿੱਥੇ ਸਕਿੱਲ ਫੋਰਮੇਸ਼ਨ ਹੁੰਦੀ ਆ, ਔਰਤਾਂ ਜ਼ਿਆਦਾ ਸਕਿੱਲਡ ਹੁੰਦੀਆਂ ਨੇ। ਠੀਕ ਹੈ ਜੀ। ਉੱਥੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਪੇ ਕੀਤਾ ਜਾਂਦਾ, ਜਿਸ ਹਿਸਾਬ ਨਾਲ ਇੱਕ ਮੈਨ ਨੂੰ ਕੀਤਾ ਜਾਂਦਾ। ਉੱਪਰ ਆਪਾਂ ਦੇਖਿਆ ਕਹਿੰਦੇ ਵੂਮੈਨ ਨੂੰ ਕੀ ਕੀਤਾ ਜਾਂਦਾ ਹੈ, ਵੂਮੈਨ ਆਰ ਪੇਡ ਲੋ ਕੰਪੇਅਰ ਟੂ ਮੈਨ, ਉੱਥੇ ਜਿੱਥੇ ਔਰਤਾਂ ਕੋਲ ਐਜੂਕੇਸ਼ਨ ਘੱਟ ਆ, ਠੀਕ ਹੈ ਜੀ, ਅਤੇ ਸਕਿੱਲ ਘੱਟ ਆ। ਇੱਥੇ ਐਜੂਕੇਸ਼ਨ ਅਤੇ ਸਕਿੱਲ ਜ਼ਿਆਦਾ ਹੈ। ਕਹਿੰਦੇ ਜਿਹੜਾ ਵੀ ਔਰਗੇਨਾਈਜੇਸ਼ਨ ਮਤਲਬ ਸੈਕਟਰ ਆ, ਜਿਵੇਂ ਟੀਚਿੰਗ ਆ ਗਿਆ, ਮੈਡੀਸਨਸ ਆ ਗਿਆ, ਅਟਰੈਕਟ ਦੈਮ ਦੀ ਮੋਸਟ। ਠੀਕ ਹੈ ਜੀ। ਕਹਿੰਦੇ ਜਿਵੇਂ ਟੀਚਿੰਗ ਸੈਕਟਰ ਆ ਗਿਆ, ਔਰਤਾਂ ਟੀਚਿੰਗ ਸੈਕਟਰ 'ਚ ਜ਼ਿਆਦਾ ਜਾਂਦੀਆਂ ਨੇ, ਫੈਸਿਲਿਟੀਜ਼ ਹੁੰਦੀਆਂ ਨੇ ਵਧੀਆ, ਇਹਨਾਂ ਲਈ ਸੇਫ ਹੈ। ਸਮ ਵੂਮੈਨ ਹੈਵ ਹਾਂਜੀ, ਕੁਛ ਕੁ ਵੂਮੈਨ ਹੁੰਦੀਆਂ ਨੇ ਐਡਮਿਨਿਸਟ੍ਰੇਸ਼ਨ 'ਚ ਜਾਂਦੀਆਂ ਨੇ। ਐਡਮਿਨਿਸਟ੍ਰੇਸ਼ਨ ਕੀ ਹੁੰਦਾ ਬੇਟਾ, ਜਿਵੇਂ ਐਡਮਿਨ ਬਲਾਕ ਹੋ ਗਿਆ, ਐਡਮਿਨ ਜਿਹੜੇ ਵੀ ਗਰੁੱਪ ਨੇਗੇ ਜਿਹੜੇ ਕੀ ਕਰਦੇ ਆ, ਰੂਲ ਕਰਦੇ ਆ, ਜਾਂ ਫਿਰ ਜਿੱਥੇ ਲਾਅ ਬਣਦੇ ਆ, ਕਾਨੂੰਨ ਬਣਦੇ ਆ। ਕਹਿੰਦੇ ਐਂਡ ਅਦਰ ਸਰਵਿਸਿਜ਼, ਕਹਿੰਦੇ ਜਿਵੇਂ ਕੋਈ ਹੋਰ ਮਤਲਬ ਸਰਵਿਸ ਦੇਣੀ ਆ ਉਹਨਾਂ ਨੇ, ਜਾਂ ਕੋਈ ਹੋਰ ਜੋਬ ਹੋਊਗੀ ਜਿਹਦੇ ਵਿੱਚ ਕੀ ਹੁੰਦਾ, ਕਾਹਦੀ ਨੀਡ ਹੁੰਦੀ ਆ, ਹਾਈ ਲੈਵਲ ਆਫ ਮਤਲਬ ਜਿਹਦੇ ਵਿੱਚ ਸਾਇੰਟੀਫਿਕ ਸਕਿੱਲਸ ਅਤੇ ਟੈਕਨੋਲੋਜੀ ਦੇਖੀ ਜਾਂਦੀ ਆ। ਠੀਕ ਹੈ ਜੀ। ਕਹਿੰਦੇ ਇਹ ਸਾਰੇ ਕਿਤੇ ਕੀ ਕਰਦੀਆਂ ਨੇ, ਔਰਤਾਂ ਇੱਥੇ ਕੰਮ ਕਰਨਾ ਜ਼ਿਆਦਾ ਪਸੰਦ ਕਰਦੀਆਂ ਨੇ ਜਿੱਥੇ ਕੀ ਹੋਵੇ, ਫਿਜ਼ੀਕਲ ਵਰਕ ਕੀ ਹੋਵੇ ਘੱਟ ਹੋਵੇ, ਉਹਨਾਂ ਦੀ ਜਿਹੜੀ ਸਕਿੱਲਸ ਆ ਉਹਦੀ ਵੈਲਿਊ ਕੀ ਹੋਵੇ ਬੇਟਾ ਜ਼ਿਆਦਾ। ਨੈਕਸਟ ਹੈ ਜੀ ਕੁਆਲਿਟੀ ਆਫ ਪਪੂਲੇਸ਼ਨ, ਕਿ ਜਿਹੜੀ ਪਪੂਲੇਸ਼ਨ ਆ ਉਹਦੀ ਕੁਆਲਿਟੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਜਾਂ ਕਿੱਦਾਂ ਦੀ ਹੈ। ਕਹਿੰਦੇ ਜਿਹੜੀ ਕੁਆਲਿਟੀ ਹੈ ਕਿਤੇ ਵੀ ਪਪੂਲੇਸ਼ਨ ਜਨਸੰਖਿਆ ਦੀ, ਉਹ ਕਾਹਦੇ 'ਤੇ ਡਿਪੈਂਡ ਕਰਦੇ, ਇੱਕ ਤਾਂ ਲਿਟਰੇਸੀ ਰੇਟ 'ਤੇ ਡਿਪੈਂਡ ਕਰਦੀ ਹੈ, ਮਤਲਬ ਪੜ੍ਹੇ ਲਿਖੇ ਕਿੰਨਾ ਨੇ। ਸੈਕਿੰਡ ਕਾਹਦੇ 'ਤੇ ਡਿਪੈਂਡ ਕਰਦੀ ਹੈ ਬੇਟਾ, ਕਿਸੇ ਵੀ ਪਰਸਨ ਦੀ ਹੈਲਥ ਦੇ ਉੱਪਰ ਡਿਪੈਂਡ ਕਰਦੀ ਆ। ਠੀਕ ਹੈ ਜੀ। ਇਸ ਹਿਸਾਬ ਦੇ ਨਾਲ ਹੀ ਉਹਨਾਂ ਦੇ ਕੋਲ ਸਕਿੱਲ ਫੋਰਮੇਸ਼ਨ ਹੋਣਗੀਆਂ, ਮਤਲਬ ਉਹ ਐਕਵਾਇਰ ਕਰਨਗੇ ਉੱਥੋਂ ਦੇ ਲੋਕ ਨੇ ਜਿਹੜੇ ਕਿਸੇ ਵੀ ਕੰਟਰੀ ਦੇ। ਕਹਿੰਦੇ ਦ ਕੁਆਲਿਟੀ ਆਫ ਪਪੂਲੇਸ਼ਨ ਅਲਟੀਮੇਟਲੀ ਡਿਸਾਈਡ ਦ ਗਰੋਥ ਰੇਟ ਆਫ ਦ ਕੰਟਰੀ, ਮਤਲਬ ਜਿਹੜੀ ਕੁਆਲਿਟੀ ਹੈ ਪਪੂਲੇਸ਼ਨ ਦੀ ਕਿਸੇ ਵੀ ਕੰਟਰੀ ਦੇ ਵਿੱਚ, ਲੋਕ ਕਿੱਦਾਂ, ਜਨਸੰਖਿਆ ਕਿੱਦਾਂ ਦੀ ਹੈ, ਠੀਕ ਹੈ ਜੀ, ਉੱਦਾਂ ਦੀ ਹੀ ਉਹਦੀ ਗਰੋਥ ਹੋਊਗੀ। ਇਹਦੇ ਵਿੱਚ ਕਹਿੰਦੇ ਜਿਹੜਾ ਲਿਟਰੇਟ ਰੇਟ ਹੈ, ਮਤਲਬ ਪੜ੍ਹਾਈ ਲਿਖਾਈ ਅਤੇ ਹੈਲਥ ਕੇਅਰ ਹੈ, ਜਿਹੜੇ ਇਹ ਦੋਨੋਂ ਕੀ ਨੇਗੇ, ਇਹ ਸੰਪਤੀ ਹੈ। ਕਾਹਦੀ ਸੰਪਤੀ ਹੈ ਇਹ, ਕਿਸੇ ਕੰਟਰੀ ਦੀ। ਫਸਟ ਹੈ ਬੇਟਾ ਐਜੂਕੇਸ਼ਨ, ਪਹਿਲਾਂ ਆਪਾਂ ਐਜੂਕੇਸ਼ਨ ਨੂੰ ਸਟੱਡੀ ਕਰਾਂਗੇ, ਫਿਰ ਆਪਾਂ ਹੈਲਥ ਨੂੰ ਸਟੱਡੀ ਕਰਾਂਗੇ। ਐਜੂਕੇਸ਼ਨ ਦੇ ਵਿੱਚ ਕੀ ਆਉਂਦਾ ਬੇਟਾ, ਇਹਨਾਂ ਨੇ ਸੇਮ ਉਹੀ ਸਟੋਰੀ ਲਈ ਹੈ, ਸਾਈਕਲ ਦੀ ਲਈ ਹੈ। ਕਹਿੰਦੇ ਉਹ ਐਜੂਕੇਸ਼ਨ ਉਹਨੇ ਲਈ ਸੀਗੀ ਇਨੀਸ਼ੀਅਲ ਈਅਰਸ ਦੇ ਵਿੱਚ,
ठीक है जी, जिहदा की होया उहनूं एंड दे विच की मिलदा, फ्रूट मिलदा उहनूं बाद दे विच। ठीक है जी, जितों वो की करन लगदा बेटा उहदे कोल एक गुड जॉब आ जांदी है ते उहनूं वधिया सैलरी मिलदी है। क्यों मिलदी है? क्योंकि उहनूं अर्ली टाइम दे विच उहने की कीती सी, एजुकेशन कीती सी। कहंदे आपां देखदे आ भी जिहड़ी एजुकेशन आ, ठीक है जी, ये इंपॉर्टेंट इनपुट है काहदे लई? ग्रोथ ऑफ सैकल। मतलब उहने की कीता, ਉਹਨੂੰ ਉਹਦੇ ਪੇਰੈਂਟਸ ਨੇ ਇਨਪੁਟ ਦਿੱਤੀ ਐਜੂਕੇਸ਼ਨ ਦੀ ਫਾਰਮ 'ਚ। ਇਨਪੁਟ ਹੁੰਦਾ ਕਿਸੇ ਚੀਜ਼ ਨੂੰ ਸ਼ੁਰੂ ਕਰਨ ਦੇ ਲਈ ਉਹਦੇ ਸਟਾਰਟਿੰਗ ਦੇ ਵਿੱਚ ਐਫਰਟਸ ਦੇਣੇ ਤਾਂ ਕਿ ਐਂਡ 'ਤੇ ਰਿਜ਼ਲਟ ਵਧੀਆ ਆਵੇ। ਇਟ ਓਪਨ ਨਿਊ ਹੋਰੀਜ਼ਨ ਫॉर ਹਿਮ। ਇਹਦੇ ਨਾਲ ਉਹਨੂੰ ਇੱਕ ਨਵਾਂ ਰਸਤਾ ਮਿਲਿਆ। ਠੀਕ ਹੈ ਜੀ, ਨਿਊ ਉਹਨੂੰ ਕੀ ਮਿਲੀ ਰਜੇ, ਕੀ ਮਿਲੀ? ਐਸਪੀਰੇਸ਼ਨ ਮਿਲੀ, ਨਿਊ ਉਹਨੂੰ ਸਪਿਰਿਟ ਮਿਲੀ, ਕੀ ਕਰ ਸਕੇ ਉਹ ਆਪਣੀ ਵੈਲਿਊ ਵਧਾ ਸਕੇ ਲਾਈਫ ਦੀ। ਕਹਿੰਦੇ ਸਿਰਫ ਸਾਈਕਲ ਹੀ ਨਹੀਂ, ਮਤਲਬ ਇਹਦਾ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਇੱਕ ਸਾਈਕਲ ਦੀ ਲੈ ਕੇ। ਤੇ ਕਹਿੰਦੇ ਜਿੰਨੇ ਵੀ ਐਜੂਕੇਟਡ ਲੋਕ ਹੈ, ਐਜੂਕੇਸ਼ਨ ਕੀ ਕਰਦੀ ਹੈ? ਕੰਟਰੀਬਿਊਟ ਕਰਦੀ ਹੈ ਗਰੋਥ ਆਫ ਸੁਸਾਇਟੀ ਆਲਸੋ। ਸੁਸਾਇਟੀ ਨੂੰ ਵੀ ਫਾਇਦਾ ਹੁੰਦਾ ਹੈ, ਮਤਲਬ ਜਿੱਥੇ ਉਹ ਪਰਸਨ ਰਹਿ ਰਿਹਾ ਹੁੰਦਾ ਹੈ। ਇਹਦੇ ਨਾਲ ਕੀ ਹੁੰਦਾ ਬੇਟਾ? ਕਹਿੰਦੇ ਨੈਸ਼ਨਲ ਇਨਕਮ ਹੈ ਜਿਹੜੀ ਸੁਸਾਇਟੀ ਦੀ ਉਹ ਵੀ ਕੀ ਕਰਦੀ ਹੈ ਬੇਟਾ? ਇਨਕਰੀਜ਼ ਕਰਦੀ ਆ। ਠੀਕ ਹੈ ਜੀ, ਤੇ ਜਿਹੜੇ ਕਲਚਰਲ ਰਿਚਨੈਸ ਹੁੰਦੀ ਹੈ, ਕਲਚਰਲ ਰਿਚਨੈਸ ਇਨਕਰੀਜ਼ ਕਰਦੀ ਆ। ਮਤਲਬ ਕਲਚਰ ਹੈ ਜਿਹੜਾ ਸੱਭਿਆਚਾਰ ਹੈ ਉਹ ਜ਼ਿਆਦਾ ਅਮੀਰ ਬਣਦਾ ਹੈ। ਤੇ ਹੋਰ ਕੀ ਹੁੰਦਾ ਹੈ? ਜਿਹੜੀ ਗੌਰਮੈਂਟ ਦੀ ਕੀ ਹੈ ਐਫੀਸ਼ੀਐਂਸੀ ਹੈ ਕੰਮ ਕਰਨ ਦੀ ਉਹ ਵੀ ਇਨਕਰੀਜ਼ ਕਰਦੀ ਹੈ। ਹੋਰ ਕੀ ਕਹਿੰਦੇ ਨੇ? ਕਹਿੰਦੇ ਜਿਵੇਂ ਰਿਟੈਂਸ਼ਨ ਹੋ ਗਈ, ਕੁਆਲਿਟੀ ਹੋ ਗਈ, ਐਲੀਮੈਂਟਰੀ ਐਜੂਕੇਸ਼ਨ ਹੋ ਗਈ, ਇਹ ਸਾਰਾ ਕੁਛ ਕੀ ਹੁੰਦਾ? ਇਨਕਰੀਜ਼ ਹੁੰਦਾ ਬੇਟਾ। ਇਨਕਰੀਜ਼ ਜਦੋਂ ਕਹਿੰਦੇ ਜਿਹੜੀ ਗੌਰਮੈਂਟ ਹੈ ਐਲੀਮੈਂਟਰੀ ਐਜੂਕੇਸ਼ਨ ਦਾ ਰਾਈਟ ਦਿੰਦੀ ਆ। ਐਲੀਮੈਂਟਰੀ ਐਜੂਕੇਸ਼ਨ ਕੀ ਮਤਲਬ? ਜਿਹੜੇ ਛੋਟੇ ਬੱਚੇ ਆ, ਠੀਕ ਹੈ ਜੀ, 5th ਤੱਕ ਦੀ ਜਿਹੜੀ ਸਟੱਡੀ ਹੈ ਉਹ ਕੀ ਹੋਣੀ ਚਾਹੀਦੀ ਹੈ? ਗਰਲਸ ਦੇ ਲਈ ਫ੍ਰੀ ਹੁੰਦੀ ਆ। ठीक है जी, कहते देयर इज़ ऑल्सो एन इस्टेबलिशमेंट ऑफ पे सैटिंग ऑफ स्कूल लाइक नवोदय। मतलब कि हुण कुछ स्कूल इदां दे हुंदे हर एक डिस्ट्रिक्ट दे विच, जिवें नवोदय विद्यालय है। नवोदय विद्यालय च की हुंदा बेटा? स्टडी क्वालिटी बहुत ज़्यादा हुंदी है, बट फी वगैरह नहीं हुंदी, मतलब फ्री ऑफ कॉस्ट हुंदा ताकि की है हर एक जिहड़ी गर्ल है चाहे बॉय वो की कर सके, पढ़ सके। वोकेशनल स्ट्रीम्स लगाउंदी है सरकार, वो की करदी है? डिवेलप करदी है। तो लार्ज नंबर ऑफ ਜਿਹੜੇ ਹਾਈ ਸਕੂਲ ਸਟੂਡੈਂਟ ਨੇਗੇ, ਠੀਕ ਹੈ ਜੀ, ਜਿਨ੍ਹਾਂ ਨੇ ਹਾਈ ਸਕੂਲ ਕੀਤਾ ਹੁੰਦਾ ਉਹ ਵੋਕੇਸ਼ਨਲ ਸਟੱਡੀ ਲੈਂਦੇ ਨੇਗੇ ਤਾਂ ਕਿ ਮਤਲਬ ਜਿਹੜੇ ਓਕੂਪੇਸ਼ਨ ਉਹਨਾਂ ਨੇ ਐਕਵਾਇਰ ਕਰਨੀ ਹੁੰਦੀ ਹੈ, ਜਿਨ੍ਹਾਂ ਰਿਲੇਟਡ ਉਹਨਾਂ ਨੇ ਨੌਲੇਜ ਲੈਣੀ ਹੁੰਦੀ ਆ, ਉਹਨਾਂ ਦੇ ਲਈ ਉਹ ਕੀ ਹੈ ਨੌਲੇਜ ਇਕੱਠੀ ਕਰ ਸਕਣ ਤੇ ਉਹਨਾਂ ਦੇ ਲਈ ਸਕਿੱਲਸ ਉਹਨਾਂ ਦੇ ਕੋਲ ਜ਼ਿਆਦਾ ਮਤਲਬ ਆ ਸਕਣ। ਕਹਿੰਦੇ ਜਿਹੜਾ ਇਹ ਪਲਾਨ ਹੈ, ਠੀਕ ਹੈ, ਉਹ ਕਿੰਨੇ ਮਤਲਬ ਹੁਣ ਇਹ ਫਿਗਰ ਦੇ ਵਿੱਚ ਦੱਸ ਰਿਹਾ ਆਪਾਂ ਨੂੰ ਕਿ ਜਿਹੜਾ ਇਹ ਪਲਾਨ ਹੈ 151 ਕਰੋੜ ਤੋਂ ਲੈ ਕੇ ਫਸਟ ਪਲਾਨ ਸੀਗਾ ਇਹਨਾਂ ਦਾ ਜਿਹੜਾ ਇਹਨਾਂ ਨੇ ਰਾਈਜ਼ ਕੀਤਾ 3766 ਕਰੋੜ ਰੁਪਈਸ ਦੇ ਵਿੱਚ। ਕਹਿੰਦੇ 11th ਪਲਾਨ ਸੀਗਾ ਇਹ, 11ਵਾਂ ਪਲਾਨ ਸੀਗਾ, ਠੀਕ ਹੈ ਜੀ, ਜਿਹਦੇ ਵਿੱਚ ਜਿਹੜੀ ਐਜੂਕੇਸ਼ਨ ਆਊਟਲੇ ਆ ਉਹ ਇਹਨਾਂ ਨੇ 151 ਕਰੋੜ ਤੋਂ ਲੈ ਕੇ 3766 ਕਰੋੜ ਤੱਕ ਲੈ ਕੇ ਗਏ ਆ। ਜਿਹੜਾ ਇੰਨਾ ਐਕਸਪੈਂਡੀਚਰ ਮਤਲਬ ਜਿੰਨਾ ਇਹ ਜਿਹੜਾ ਇਹ ਖਰਚ ਕਰ ਰਿਹਾ ਐਜੂਕੇਸ਼ਨ 'ਤੇ, ਇਹ ਕਹਿੰਦੇ 1951 ਦੇ ਵਿੱਚ 0.64% ਸੀਗਾ, ਠੀਕ ਹੈ ਜੀ, ਜਿਹਦੇ ਵਿੱਚ ਕੀ ਕੀਤਾ ਇਹਨਾਂ ਨੇ 1951 ਜਾਂ 52 ਤੋਂ ਲੈ ਕੇ 2015 ਜਾਂ 16 ਤੱਕ ਕਿੰਨਾ ਇਨਕਰੀਜ਼ ਹੋਇਆ? 3% ਦਾ ਹੋਇਆ। ਅਤੇ ਜਿਹੜਾ ਬਾਕੀ ਦਾ ਜਿਹੜਾ 3% ਸੀਗਾ ਇਹ ਪਾਸਟ ਈਅਰਸ ਦੇ ਵਿੱਚ ਰਿਹਾ ਸੀਗਾ, ਠੀਕ ਹੈ ਜੀ। ਕਹਿੰਦਾ ਜਿਹੜਾ ਇਹ ਬਜਟ ਬੇਟਾ ਇਹ ਸਟਾਰਟ ਕਰ ਰਹੇ ਆ, ਮਤਲਬ ਇਹਨਾਂ ਨੇ ਸਟੱਡੀ ਦੇ ਲਈ ਦਿੱਤਾ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੀ ਕਰਾਂਗੇ? ਸਟੱਡੀ ਕਰਾਂਗੇ।